ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖਾਂ ਪਾਸੋਂ ਸਵਾਲ ਆਏ ਸਨ। ਇੱਕ ਸੀ ਕਿ ਆਤਮਾ ਕੀ ਹੈ, ਦੂਜਾ ਸਵਾਲ ਸੀ ਕਿ ਆਤਮਾ ਦੀ ਆਵਾਜ਼ ਕੀ ਹੈ। ਮਹਾਰਾਜ ਨੇ ਸਾਨੂੰ ਗੁਰਮਤਿ ਵਿੱਚ ਸਮਝਾ ਦਿੱਤਾ, ਸਾਡੇ ਸਰੀਰ ਦੇ ਵਿੱਚ ਜੋ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਆ। ਉਹ ਆਤਮਾ ਸਾਡੇ ਇਸ ਸਰੀਰ ਵਿੱਚ ਸੁਖਮਨਾ ਨਾੜੀ ਦੇ ਵਿੱਚ ਆ, ਜੋ ਸਾਡੀ ਰੀੜ੍ਹ ਦੇ ਹੱਡੀ ਨਾਲ ਚੱਲਦੀ ਆ। ਅਤੇ ਆਤਮਾ ਦਰਸ਼ਕ ਬਣ ਕੇ ਇਸ ਖੇਡ ਨੂੰ ਵੇਖਦੀ ਆ। ਸਾਡੇ ਸੁਖਮਨਾ ਨਾੜੀ ਮੂਲਾਧਾਰ ਚੱਕਰ 'ਤੇ ਜਾ ਕੇ ਬੰਦ ਹੁੰਦੀ ਆ, ਜਿਸ ਨੂੰ ਮਹਾਰਾਜ ਫਰਮਾਉਂਦੇ ਨੇ ਮੂਲ ਦੁਆਰੇ ਬੰਧਿਆ ਬੰਧ। ਅਤੇ ਦੂਜਾ ਇਹਦਾ ਸਿਰਾ ਹੈ ਸਾਡੇ ਨੱਕ ਤੋਂ ਥੋੜ੍ਹਾ ਜਿਹਾ ਉੱਪਰ ਅੱਖਾਂ ਦੇ ਦਰਮਿਆਨ ਜਿੱਥੇ ਬੰਦ ਹੁੰਦੀ ਹੈ, ਜਿਹਨੂੰ ਕਹਿੰਦੇ ਸਹਿਜ ਗੁਫਾ ਮੇ ਆਸਣ ਬੰਦ ਆ। ਜਿੱਥੇ ਮੂਲਾਧਾਰ ਆ ਅਤੇ ਉੱਪਰ ਜਿੱਥੇ ਸਹਿਜ ਗੁਫਾ ਆ, ਇਸ ਦਰਮਿਆਨ ਹੈ ਭਵ ਸਾਗਰ। ਆਤਮਾ ਜਿਹੜੀ ਆ ਉਹ ਸੁਖਮਨਾ ਨਾੜੀ ਦੇ ਵਿੱਚ ਹੁੰਦੀ ਹੋਏ ਇਸ ਸਾਰੇ ਖੇਡ ਨੂੰ ਵੇਖਦੀ ਆ। ਦਰਸ਼ਕ ਬਣ ਕੇ ਆਤਮਾ ਵੇਖਦੀ ਹੈ ਖੇਡ ਨੂੰ। ਅਤੇ ਮਹਾਰਾਜ ਨੇ ਸਮਝਾ ਦਿੱਤਾ ਕਿ ਆਤਮਾ ਦੇ ਰਾਹੀਂ ਸਾਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ, ਜੋ ਅਨਹਦ ਸ਼ਬਦ ਆ, ਨਾਮ ਆ। ਤਾਂ ਮਹਾਰਾਜ ਨੇ ਕਿਹਾ ਹੈ ਕਿ ਉਸ ਸੁਖਮਨਾ ਨਾੜੀ ਦੇ ਵਿੱਚੋਂ ਸਾਨੂੰ ਉਹ ਸ਼ਬਦ ਸੁਣਦੇ ਆ। ਉਹ ਆਤਮਾ ਦੇ ਰਾਹੀਂ ਸਾਨੂੰ ਪਰਮਾਤਮਾ ਆਵਾਜ਼ ਬਖਸ਼ ਰਿਹਾ ਆਪਣੀ, ਸੁਣਾ ਰਿਹਾ ਆਪਣੀ, ਜਿਹਨੂੰ ਮਹਾਰਾਜ ਕਹਿੰਦੇ ਸੁਖਮਨ ਕਹਿ ਕਰ ਰਾਗ ਸੁਨ ਸੁਨ ਮੰਡਲ ਲਿਵਲਾਏ। ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਆਤਮਾ ਹੈ, ਉਨਾ ਚਿਰ ਸਾਡੇ ਜਿਹੜੇ ਪੰਜ ਤੱਤ ਆ ਇਹ ਇਕੱਠੇ ਕੰਮ ਕਰਦੇ ਨੇ। ਅਤੇ ਜਦੋਂ ਆਤਮਾ ਇਸ ਸਰੀਰ ਨੂੰ ਛੱਡ ਜਾਂਦੀ ਆ ਅਤੇ ਇਹ ਸਰੀਰ ਸਾਡਾ ਟਹਿ ਢੇਰੀ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਕਾਇਆ ਨਗਰੀ ਟਹਿ ਟਹਿ ਢੇਰੀ, ਕਿ ਨਾਮ ਤੋਂ ਬਗੈਰ ਸਾਡੀ ਜਿਹੜੀ ਇੱਜ਼ਤ ਨਹੀਂ ਰਹਿੰਦੀ, ਕਿਉਂਕਿ ਨਾਮ ਜਿੰਨਾ ਚਿਰ ਸਾਡੇ ਇਸ ਸਰੀਰ ਵਿੱਚ ਮੌਜੂਦ ਆ ਉਨਾ ਚਿਰ ਤੱਕ ਸਾਡੇ ਇਸ ਸਰੀਰ ਦਾ ਸਤਿਕਾਰ ਆ, ਉਨਾ ਚਿਰ ਇਸ ਦੇ ਵਿੱਚ ਮਨ ਰਹਿ ਸਕਦਾ ਹੈ। ਜਦੋਂ ਨਾਮ ਅਤੇ ਉਸ ਦੇ ਨਾਲ ਹੀ ਆਤਮਾ ਅਤੇ ਨਾਮ ਦੋਨੋਂ ਛੱਡਦੇ ਇਸ ਸਰੀਰ ਨੂੰ, ਅਤੇ ਇਹ ਜਿਹੜਾ ਮਨ ਆ ਉਹ ਵੀ ਫਿਰ ਇਸ ਸਰੀਰ ਵਿੱਚ ਰਹਿ ਨਹੀਂ ਸਕਦਾ। ਮਹਾਰਾਜ ਨੇ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੋਇਆ ਕਿ ਆਤਮਾ ਇਸ ਸੁਖਮਨਾ ਨਾੜੀ ਦੇ ਵਿੱਚ ਆ ਅਤੇ ਉਹਦੇ ਰਾਹੀਂ ਸਾਨੂੰ ਪਰਮਾਤਮਾ ਦੀ ਆਵਾਜ਼ ਸੁਣਦੀ ਆ। ਫਿਰ ਪਰਮਾਤਮਾ ਅਤੇ ਆਤਮਾ ਦਾ ਕੀ ਸੰਬੰਧ ਆ, ਮਹਾਰਾਜ ਨੇ ਸਾਨੂੰ ਫਿਰ ਉਦਾਹਰਨ ਵਜੋਂ ਬੋਧੀ ਵਾਲੇ ਤਾਰੇ ਦੀ ਗੱਲ ਕੀਤੀ ਹੋਈ ਆ। ਉਹ ਮੂਹਰਲੇ ਪਾਸੇ ਉਹਦੇ ਲਾਈਟ ਜ਼ਿਆਦਾ ਹੁੰਦੀ ਆ, ਅਤੇ ਜਦੋਂ ਉਹ ਤਾਰਾ ਚੜ੍ਹਦਾ ਆ ਅਤੇ ਪਿੱਛੇ ਇੱਕ ਸਟਰੀਕ ਚੱਲਦੀ ਹੁੰਦੀ ਆ ਲਾਈਟ ਦੀ। ਅਤੇ ਮਹਾਰਾਜ ਕਹਿੰਦੇ ਤਾਰਾ ਚੜ੍ਹਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ। ਮਹਾਰਾਜ ਕਹਿੰਦੇ ਜਿਵੇਂ ਉਹ ਤਾਰਾ ਆ, ਬੋਧੀ ਵਾਲਾ ਤਾਰਾ ਆਕਾਸ਼ ਵਿੱਚ ਚੜ੍ਹਦਾ ਆ, ਉਹਨੂੰ ਅਸੀਂ ਆਪਣੇ ਅੰਦਰ ਅਰਥਾਤ ਕਿ ਆਤਮਾ ਨੂੰ ਆਪਣੇ ਅੰਦਰ ਕਿਵੇਂ ਦੇਖ ਸਕਦੇ ਹਾਂ। ਮਹਾਰਾਜ ਕਹਿੰਦੇ ਸੇਵਕ ਪੂਰਕ ਰਮਾ ਸਤਿਗੁਰ ਸ਼ਬਦ ਖਾਲਿਆ ਰਾਮ। ਜਿਹੜੇ ਸੇਵਕ ਦੇ ਪੂਰਬਲੇ ਭਾਗ ਚੰਗੇ ਹੋਣ, ਪੂਰੇ ਕਰਮ ਹੋਣ, ਸਤਿਗੁਰ ਉਸ ਨੂੰ ਸ਼ਬਦ ਦੁਆਰਾ ਉਸ ਪ੍ਰਕਾਸ਼ ਦੇ ਦਰਸ਼ਨ ਕਰਾ ਦਿੰਦੇ ਆ। ਗੁਰ ਸ਼ਬਦ ਖਾਲਿਆ ਸੱਚ ਸੰਭਾਲਿਆ ਐਨਸ ਦੇਖ ਵਿਚਾਰਿਆ। ਜਿਹਨੇ ਫਿਰ ਉਹਦੇ ਦਰਸ਼ਨ ਕੀਤੇ, ਉਹਨਾਂ ਨੇ ਸ਼ਬਦ ਗੁਰੂ ਰਾਹੀਂ ਕੀਤੇ ਅਤੇ ਉਹਨਾਂ ਨੇ ਸੱਚ ਪਰਮਾਤਮਾ ਨੂੰ ਜੋ ਸਾਡਾ ਮੂਲ ਆ ਉਹਨੂੰ ਸੰਭਾਲਿਆ। ਫਿਰ ਦਿਨ ਰਾਤ ਉਹਨੂੰ ਵੇਖ ਕੇ ਫਿਰ ਉਸ ਪਰਮਾਤਮਾ ਦੀ ਆਤਮਾ ਦੀ ਵਿਚਾਰ ਕਰਦੇ ਆ, ਨਾਮ ਦੀ ਵਿਚਾਰ ਕਰਦੇ ਆ ਇਸ ਸੰਸਾਰ ਵਿੱਚ, ਜਿਸ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਗੁਰਮੁਖ ਜਨ ਆਤਮਕ ਬਚਨ ਕਰਦੇ ਆ, ਅੰਮ੍ਰਿਤਮਈ ਬਚਨ ਕਰਦੇ ਆ। ਸੋ ਇੱਥੋਂ ਸਪਸ਼ਟ ਹੋ ਜਾਂਦਾ ਕਿ ਜਿਵੇਂ ਬੋਧੀ ਵਾਲਾ ਤਾਰਾ ਆ, ਮੋਹਰੇ ਲਾਈਟ ਜ਼ਿਆਦਾ ਆ ਅਤੇ ਪਿੱਛੇ ਲਾਈਟ ਦੀ ਸਟਰੀਕ ਚੱਲਦੀ ਆ, ਇਵੇਂ ਹੀ ਆਤਮਾ ਅਤੇ ਪਰਮਾਤਮਾ ਦਾ ਆਪਸ ਵਿੱਚ ਹੀ ਸੰਬੰਧ ਹੈ। ਫਿਰ ਆਤਮਾ ਅਤੇ ਮਨ ਦਾ ਕੀ ਸੰਬੰਧ ਆ, ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ। ਜਿਵੇਂ ਇੱਕ ਪਤੀ ਹੈ ਅਤੇ ਪਤਨੀ, ਇਹਨਾਂ ਦਾ ਆਪਸ ਵਿੱਚ ਹੀ ਸੰਬੰਧ ਆ, ਸਾਡੀ ਇਸ ਸੁਰਤੀ ਦਾ ਅਤੇ ਆਤਮਾ ਦਾ। ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਕਥਾ ਕਹਾਣੀਆਂ ਸੁਣਦੇ ਹੁੰਦੇ ਸੀ ਸੰਤ ਜਨਾਂ ਤੋਂ ਕਿ ਸ਼ਿਵ ਜੀ ਪਾਰਬਤੀ ਨਾਲ ਪਿਆਰ ਬਹੁਤ ਕਰਦੇ ਸੀ ਅਤੇ ਉਹ ਚਾਹੁੰਦੇ ਸੀ ਕਿ ਅਮਰ ਹੋ ਜਾਏ। ਅਤੇ ਪਾਰਬਤੀ ਨੂੰ ਕਿਹਾ ਕਿ ਤੂੰ ਇੱਕ ਵਾਰੀ ਮੇਰੇ ਤੋਂ ਅਮਰ ਕਥਾ ਸੁਣ ਲਾ। ਸ਼ਿਵ ਜੀ ਨੇ ਕਿਹਾ
ਤੇ ਉਹ ਗੁਫਾ ਦੇ ਵਿੱਚ ਵਿਰਾਜਮਾਨ ਹੋ ਕੇ ਆਸਣ ਲਾ ਕੇ ਪਾਰਵਤੀ ਨੂੰ ਕਥਾ ਸੁਣਾਉਣ ਲੱਗੇ। ਤੇ ਪਾਰਵਤੀ ਵਾਰ-ਵਾਰ ਸੌਂ ਜਾਂਦੀ, ਤੇ ਜਦੋਂ ਸੌਂ ਜਾਂਦੀ ਉਹਨੂੰ ਮੁੜ ਦੁਬਾਰਾ ਜਨਮ ਲੈਣਾ ਪੈਂਦਾ, ਜਿੰਨਾ ਚਿਰ ਤੱਕ ਉਹ ਅਮਰ ਕਥਾ ਨਹੀਂ ਸੁਣ ਲੈਂਦੇ। ਇਵੇਂ ਹੀ ਸਾਡਾ ਜਿਹੜਾ ਮਨ ਆ ਇਸ ਖੇਡ ਵਿੱਚ ਆਇਆ ਹੋਇਆ, ਜੋ ਸ਼ਿਵ ਸ਼ਕਤੀ ਦਾ ਖੇਡ ਆ। ਸ਼ਿਵ ਕਹਿ ਦਿੱਤਾ ਪਰਮਾਤਮਾ ਨੂੰ, ਸ਼ਕਤੀ ਸਾਡੇ ਅੰਦਰ ਜੋ ਸਾਡੇ ਸਰੀਰ ਸਮੇਤ ਮਾਇਆ ਹੈ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸਾਡੀ ਸੁਰਤੀ ਉਦੋਂ ਅਮਰ ਹੁੰਦੀ ਹੈ ਜਦੋਂ ਅਸੀਂ ਸ਼ਿਵ ਪਰਮਾਤਮਾ ਦੇ ਬਚਨ ਸੁਣਦੇ ਹਾਂ ਸਹਿਜ ਗੁਫਾ ਵਿੱਚ ਬੈਠ ਕੇ, ਜਿਹਨੂੰ ਮਹਾਰਾਜ ਕਹਿੰਦੇ ਸਹਿਜ ਗੁਫਾ ਮੈਂ ਆਸਣ ਬੰਨ੍ਹਿਆ। ਪਰਮਾਤਮਾ ਨੇ ਉੱਥੇ ਆਸਣ ਲਾਇਆ ਹੋਇਆ ਸਹਿਜ ਗੁਫਾ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਆ ਸੁਨ ਸਮਾਦ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨੈ ਸੋਗ ਨੈ ਜਨਮ ਨ ਮਰਤ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸਹਿਜ ਗੁਫਾ ਦੇ ਵਿੱਚ, ਸੁਨ ਗੁਫਾ ਦੇ ਵਿੱਚ ਪਰਮਾਤਮਾ ਨੇ ਆਸਣ ਲਾਇਆ ਹੋਇਆ, ਸਮਾਧੀ ਲਾਈ ਹੋਈ ਹੈ, ਅਤੇ ਉਹ ਭਗਤਾਂ ਨਾਲ ਉੱਥੇ ਬਚਨ ਕਰਦੇ ਆ। ਜਿਹੜਾ ਗੁਰਮੁਖ ਜਨ ਸਹਿਜ ਗੁਫਾ ਵਿੱਚ ਜਾ ਕੇ ਪਰਮਾਤਮਾ ਦੇ ਅਨਹਦ ਬਾਣੀ ਸੁਣਦੇ ਆ, ਉਸ ਵੇਲੇ ਉਹ ਹਰ ਕੀ ਕਥਾ ਸੁਣ ਰਹੇ ਆ, ਜਿਹਨੂੰ ਮਹਾਰਾਜ ਕਹਿੰਦੇ ਆ ਹਰ ਕੀ ਕਥਾ ਅਨਾਹਦ ਬਾਣੀ। ਅਨਹਦ ਬਾਣੀ ਉਹ ਹਰੀ ਦੀ ਕਥਾ ਆ, ਉਹ ਸਭ ਤੋਂ ਉੱਤਮ ਗਿਣੀ ਜਾਂਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਅਤੇ ਉਸ ਨੂੰ ਸੁਣ ਕੇ ਉਹ ਹੈ ਹਰੀ ਦਾ ਨਾਮ, ਜੋ ਸ਼ਬਦ ਹਰੀ ਉਚਾਰਨ ਕਰਦਾ। ਅਤੇ ਜੇਕਰ ਅਸੀਂ ਉਸ ਪਰਮਾਤਮਾ ਅਰਥਾਤ ਪਰਮਾਤਮਾ ਨੇ ਸ਼ਿਵ ਕਿਹਾ ਹੋਇਆ ਆ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦੇਸ਼ ਸ਼ਿਵਾਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਉਸ ਕਥਾ ਨੂੰ ਜੇ ਅਸੀਂ ਸੁਣਾਂਗੇ ਪੂਰੀ ਤਰ੍ਹਾਂ, ਅਸੀਂ ਵੀ ਸਾਡੀ ਸੁਰਤੀ ਜਿਹੜੀ ਆ ਉਹ ਅਮਰ ਹੋ ਜਾਂਦੀ ਆ। ਇਵੇਂ ਜੇਕਰ ਅਸੀਂ ਪਾਰਵਤੀ ਦੀ ਨਿਆਈ ਸਾਡੀ ਸੁਰਤੀ ਮੁੜ ਕੇ ਉੱਥੇ ਸੌਂ ਜਾਂਦੀ ਆ, ਸਾਨੂੰ ਫਿਰ ਜਨਮ ਦੇ ਵਿੱਚ ਆਉਣਾ ਪਊਗਾ, ਅਤੇ ਸ਼ਿਵ ਆਤਮਾ ਦੇ ਰੂਪ ਦੇ ਵਿੱਚ ਮੁੜ ਦੁਬਾਰਾ ਪਾਰਵਤੀ ਨੂੰ ਆਪਣੇ ਘਰ 'ਚ ਲਿਜਾਣ ਲਈ ਫਿਰ ਉਹ ਵੀ ਨਾਲ ਆਉਂਦਾ ਆ, ਸਰੀਰ ਵਿੱਚ ਉਹ ਵੀ ਫਿਰ ਪ੍ਰਵੇਸ਼ ਹੁੰਦਾ। ਇੱਦਾਂ ਹੀ ਆਤਮਾ ਅਤੇ ਮਨ ਦਾ ਆਪਸ ਵਿੱਚ ਹੀ ਸੰਬੰਧ ਹੈ, ਜਿਵੇਂ ਪਤੀ ਅਤੇ ਪਤਨੀ। ਫਿਰ ਮਹਾਰਾਜ ਨੇ ਹੋਰ ਸਾਨੂੰ ਸਮਝਾਇਆ ਹੋਇਆ, ਪਤੀ ਪਤਨੀ ਅਤੇ ਸ਼ਿਵ ਅਤੇ ਪਾਰਵਤੀ ਦੀ ਗੱਲ ਕਰ ਦਿੱਤੀ ਕਿ ਇਹ ਸ਼ਿਵ ਸ਼ਕਤੀ ਦਾ ਖੇਡ ਆ। ਇਹ ਵੀ ਜਿਹੜੀ ਸਾਡੀ ਸੁਰਤੀ ਇੱਥੇ ਮਾਇਆ ਧਾਰੀ ਹੋ ਗਈ ਹੈ। ਜੇਕਰ ਇਹ ਸੁਰਤੀ ਉਸ ਅਮਰ ਕਥਾ ਨੂੰ, ਹਰ ਕੀ ਕਥਾ ਨੂੰ ਸੁਣ ਲਊਗੀ, ਅਤੇ ਸਾਡੀ ਸੁਰਤੀ ਅਮਰ ਹੋ ਜਾਊਗੀ। ਤਾਂ ਹੋਰ ਉਦਾਹਰਨ ਦੇ ਕੇ, ਜਿਵੇਂ ਰਾਮ ਚੰਦਰ ਜੀ ਅਤੇ ਸੀਤਾ, ਉਹ ਵੀ ਪਤੀ ਪਤਨੀ, ਅਤੇ ਉਹਨਾਂ ਦੀ ਉਦਾਹਰਨ ਦਿੱਤੀ ਹੋਈ ਹੈ। ਮਹਾਰਾਜ ਨੇ ਦੱਸਿਆ ਹੋਇਆ ਕਿ ਜਿਹੜੇ ਗੁਰਮੁਖ ਜਨ ਆ, ਗੁਰਮੁਖ ਬਾਂਧਿਓ ਸੇਤ ਵਿਧਾਤਾ, ਕਿ ਗੁਰਮੁਖ ਜਿਹੜੇ ਆ ਉਹ ਜੀਵ ਨੂੰ ਵਿਧਾਤਾ ਪਰਮਾਤਮਾ ਦੇ ਨਾਲ ਬੰਨ੍ਹ ਦਿੰਦੇ ਆ, ਜੋੜ ਦਿੰਦੇ ਆ। ਲੰਕਾ ਲੂਟੀ ਦੈਤ ਸੰਤਾਪੈ, ਕਿ ਸਾਡਾ ਇਹ ਸਰੀਰ ਜਿਹੜਾ ਆ ਇਹ ਲੰਕਾ ਦੀ ਨਿਆਈ ਆ, ਜਿਸ ਦੇ ਵਿੱਚ ਸਾਡੀ ਸੁਰਤੀ, ਜਿਵੇਂ ਸੀਤਾ ਨੂੰ ਲੰਕਾ ਵਿੱਚ ਰੱਖਿਆ ਸੀ, ਇੱਦਾਂ ਹੀ ਸਾਡੀ ਜਿਹੜੀ ਸੁਰਤੀ ਆ ਉਸ ਨੂੰ ਕਾਲ ਨੇ ਤ੍ਰੈਗੁਣਾਂ ਦੇ ਵਿੱਚ ਸਾਡੇ ਸਰੀਰ ਵਿੱਚ ਕੈਦ ਕੀਤਾ ਹੋਇਆ। ਉਹ ਸਾਡੇ ਲਈ ਲੰਕਾ ਆ, ਜਿੱਥੇ ਦੈਂਤ 5 ਦੂਤ ਉਹ ਸਾਨੂੰ ਸਤਾਉਂਦੇ ਨੇ, ਦੁੱਖ ਦਿੰਦੇ ਆ। ਲੰਕਾ ਲੂਟੀ ਦੈਤ ਸੰਤਾਪੈ। ਅਤੇ ਇਹ ਸੁਰਤੀ ਸਾਡੀ ਤਾਂ ਇੱਥੋਂ ਛੁੱਟ ਸਕਦੀ ਹੈ ਕਿਉਂਕਿ ਇਹ ਸਾਰਿਆਂ ਦੀ ਸੁਰਤੀਆਂ ਦੀ ਹਾਲਤ ਹੈ ਜਿਹੜੇ ਤ੍ਰੈਗੁਣਾਂ ਦੇ ਵਿੱਚ ਆਏ ਹੋਏ, ਜਿਹਨੂੰ ਮਹਾਰਾਜ ਕਹਿੰਦੇ ਆ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ, ਕਿ ਗੁਰੂ ਤੋਂ ਬਗੈਰ ਸਾਰਾ ਜਗਤ ਜਿਹੜਾ ਆ ਉਹ ਕਾਲ ਨੇ ਬੰਨ੍ਹਿਆ ਹੋਇਆ। ਅਤੇ ਜਿੰਨਾ ਚਿਰ ਤੱਕ ਰਾਮਚੰਦਰ ਅਰਥਾਤ ਆਤਮਾ ਰਾਮ ਸਾਨੂੰ ਇੱਥੋਂ ਛਡਾਉਂਦਾ ਨਹੀਂ, ਉਹਨਾਂ ਚਿਰ ਤੱਕ ਅਸੀਂ ਇੱਥੋਂ ਨਿਕਲ ਨਹੀਂ ਸਕਦੇ ਲੰਕਾ ਦੇ ਵਿੱਚੋਂ। ਅਤੇ ਮਹਾਰਾਜ ਨੇ ਸਮਝਾ ਦਿੱਤਾ ਕਿ ਲੰਕਾ ਲੂਟੀ ਦੈਤ ਸੰਤਾਪੈ, ਕਿ ਜਿਹੜੇ 5 ਦੂਤ ਆ ਉਹ ਸਾਡੇ ਅੰਦਰ ਸਾਨੂੰ ਇਸ ਸਾਡੀ ਸੁਰਤੀ ਨੂੰ ਵਾਰ-ਵਾਰ ਤੰਗ ਕਰਦੇ ਆ। ਸਾਡੇ ਜਿਹੜੇ ਸਵਾਸ ਉਹ ਇਹ ਲੁੱਟ ਕੇ ਵਰਤ ਰਹੇ ਆ ਇਸੇ ਲੰਕਾ ਦੇ ਵਿੱਚ। ਮਹਾਰਾਜ ਕਹਿੰਦੇ ਰਾਮਚੰਦ ਮਾਰਿਓ ਇਹ ਰਾਵਣ। ਫਿਰ ਮਹਾਰਾਜ ਕਹਿੰਦੇ ਰਾਮਚੰਦਰ ਇੱਥੇ ਸਾਡੀ ਆਤਮਾ ਨੂੰ ਕਹਿ ਦਿੱਤਾ, ਕਹਿੰਦੇ ਉਹ ਰਾਵਣ ਨੂੰ, ਕਾਲ ਨੂੰ ਖਤਮ ਕਰ ਦਿੰਦਾ। ਕਿਵੇਂ? ਮਹਾਰਾਜ ਕਹਿੰਦੇ ਆ ਭੇਦ ਬਭੀਖਣ ਗੁਰਮੁਖ ਪਰਚਾਇਣ, ਕਿ ਜਦੋਂ ਬਭੀਖਣ, ਗੁਰਮੁਖ ਨੂੰ ਇੱਥੇ ਬਭੀਖਣ ਕਹਿ ਦਿੱਤਾ, ਜਿਨ੍ਹਾਂ ਨੂੰ ਇਸ ਲੰਕਾ, ਇਸ ਸਰੀਰ ਦਾ ਭੇਦ ਆ,
ਜਿਵੇਂ ਦ੍ਰਿਸ਼ਟਮਾਨ ਵਿੱਚ ਅਸੀਂ ਦੇਖਦੇ ਹਾਂ, ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਆਏ ਸੀਤਾ ਨੂੰ ਛਡਾਉਣ ਵਾਸਤੇ। ਉਹਨਾਂ ਨੂੰ ਵਿਭੀਖਣ ਦੀ ਹੈਲਪ ਲੈਣੀ ਪਈ, ਮਦਦ ਲੈਣੀ ਪਈ। ਵਿਭੀਖਣ ਨੇ ਫਿਰ ਭੇਦ ਦਿੱਤਾ ਲੰਕਾ ਦਾ, ਅਤੇ ਕਿਵੇਂ ਰਾਵਣ ਨੂੰ ਮਾਰ ਸਕਦੇ ਉਹ ਸਾਰਾ ਗਿਆਨ ਦਿੱਤਾ। ਅਤੇ ਰਾਮਚੰਦਰ ਜੀ ਨੇ ਫਿਰ ਉਸ ਗਿਆਨ ਦਾ ਇਸਤੇਮਾਲ ਕਰਕੇ ਰਾਵਣ ਨੂੰ ਮਾਰਿਆ ਅਤੇ ਲੰਕਾ ਦੇ ਵਿੱਚੋਂ ਸੀਤਾ ਨੂੰ ਛਡਾਇਆ। ਇੱਥੇ ਸਾਨੂੰ ਮਹਾਰਾਜ ਨੇ ਸਮਝਾ ਦਿੱਤਾ ਕਿ ਜਿਹੜਾ ਗੁਰਮੁਖ ਆ ਉਹਨੇ ਆਪਣੀ ਕਾਇਆ ਦੀ ਖੋਜ ਕੀਤੀ ਹੁੰਦੀ ਹੈ। ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਏ। ਇੱਦਾਂ ਹੀ ਜਿਹੜਾ ਗੁਰਮੁਖ ਜਾਣਿਆ ਉਹਨੂੰ ਵਿਭੀਖਣ ਦਾ ਨਾਮ ਦੇ ਕੇ ਦੱਸਿਆ ਹੋਇਆ ਕਿ ਉਹਨੂੰ ਆਪਣੇ ਘਰ ਦਾ ਭੇਦ ਹੁੰਦਾ ਆ। ਸਾਨੂੰ ਉਹ ਗਿਆਨ ਦਿੰਦੇ ਆ। ਆਤਮਾ ਆਰਾਮ ਫਿਰ ਇਸ ਸੁਰਤੀ ਨੂੰ ਇਸ ਸਰੀਰ ਵਿੱਚ ਛਡਾ ਕੇ ਨਾਲ ਲੈ ਜਾਂਦੇ ਆ। ਅਤੇ ਮਹਾਰਾਜ ਦੱਸਦੇ ਆ ਗੁਰਬਾਣੀ ਦੇ ਵਿੱਚ ਕਿ ਭੇਦ ਵਿਭੀਖਣ ਗੁਰਮੁਖ ਪ੍ਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਸੁਧਾਰੇ। ਗੁਰਮੁਖ ਜਨ ਜਿਹੜੇ ਆ ਉਹ ਪੱਥਰ ਨੂੰ ਵੀ ਤਾਰ ਦਿੰਦੇ ਅਤੇ 33 ਕਰੋੜ ਦੇਵੀ ਦੇਵਤਾ ਦਾ ਵੀ ਉਧਾਰ ਕਰਦੇ ਆ। ਹੁਣ ਇੱਥੋਂ ਸਾਨੂੰ ਜੇ ਅਸੀਂ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਵਿਚਾਰ ਕਰਦੇ ਹਾਂ, ਇੱਥੋਂ ਸਾਨੂੰ ਭੇਦ ਆਉਂਦਾ ਆ ਕਿ ਆਤਮਾ ਜਿਹੜੀ ਆ ਉਹ ਚਾਹੁੰਦੀ ਆ ਕਿ ਸੁਰਤੀ ਵਾਪਸ ਘਰ ਨੂੰ ਮੁੜੇ, ਅਤੇ ਕਾਲ ਅਤੇ ਕਾਮ ਕ੍ਰੋਧ ਲੋਭ ਹੰਕਾਰ ਇਹ ਚਾਹੁੰਦੇ ਆ ਕਿ ਸੁਰਤੀ ਇੱਥੇ ਤ੍ਰੈਗੁਣਾਂ ਦੇ ਵਿੱਚ ਰਵੇ। ਹੁਣ ਗੁਰਮੁਖ ਜਨ ਜਿਨ੍ਹਾਂ ਨੇ ਭੇਦ ਲਿਆ ਹੁੰਦਾ ਇਸ ਸਰੀਰ ਦਾ, ਉਹ ਫਿਰ ਕਾਲ ਨੂੰ ਖ਼ਤਮ ਕਰ ਲੈਂਦੇ ਆ 5 ਸ਼ਬਦਾਂ ਦੇ ਜ਼ਰੀਏ, ਜਿਹਨੂੰ ਮਹਾਰਾਜ ਕਹਿੰਦੇ ਵਾਜੇ 5 ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, 5 ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਿ ਕਾਲ ਨੂੰ ਖ਼ਤਮ ਕਰ ਲੈਂਦੇ ਅਤੇ 5 ਦੂਤਾਂ ਨੂੰ ਕਾਬੂ ਕਰ ਲੈਂਦੇ ਆ 5 ਸ਼ਬਦਾਂ ਦੇ ਰਾਹੀਂ। ਹੁਣ ਇੱਥੇ ਭੇਦ ਪਹਿਲਾਂ ਸਾਨੂੰ ਵਿਭੀਖਣ ਤੋਂ ਲੈਣਾ ਪੈਂਦਾ, ਗੁਰਮੁਖ ਤੋਂ। ਅਰਥਾਤ ਕਿ ਜੋ ਅਸੀਂ ਸਿੱਖਿਆ ਲੈਂਦੇ ਹਾਂ ਦੁਨੀਆ ਦੇ ਵਿੱਚ, ਉਸ ਨੂੰ ਵਰਤ ਕੇ ਫਿਰ ਆਤਮਾ ਸਾਨੂੰ ਆਪਣੇ ਘਰ ਨੂੰ ਪ੍ਰੇਰਿਤ ਕਰਦੀ ਹੈ ਲਿਜਾਣ ਵਾਸਤੇ। ਜਿੰਨਾ ਵੀ ਸਾਨੂੰ ਗਿਆਨ ਹੁੰਦਾ ਹੈ ਦ੍ਰਿਸ਼ਟਮਾਨ ਦੇ ਵਿੱਚ, ਜਦੋਂ ਸਾਡਾ ਜਨਮ ਹੁੰਦਾ ਆ ਇਸ ਦੇਸ਼ ਦੇ ਵਿੱਚ, ਇਸ ਤ੍ਰਿਲੋਕੀ ਦੇ ਵਿੱਚ ਅਸੀਂ ਪਹਿਲੀ ਵਾਰੀ ਆਉਂਦੇ ਹਾਂ, ਸਾਡਾ ਮਨ ਜਿਹੜਾ ਉਹਨੂੰ ਮਾਤਾ ਦੇ ਗਰਭ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। 1.25 ਮਹੀਨਾ ਅਸੀਂ ਉਸ ਟ੍ਰੇਨਿੰਗ ਨੂੰ ਇਸਤੇਮਾਲ ਕਰਦੇ ਰਹਿੰਦੇ ਹਾਂ। ਅਸੀਂ ਆਪਣੀ ਮੈਡੀਟੇਸ਼ਨ 1.25 ਮਹੀਨਾ ਬਚਪਨ ਦੇ ਵਿੱਚ, ਜਦੋਂ ਅਸੀਂ ਬੇਬੀ ਦੇ ਰੂਪ ਦੇ ਵਿੱਚ ਹੁੰਦੇ ਹਾਂ, ਬੱਚੇ ਦੇ ਰੂਪ ਦੇ ਵਿੱਚ ਹੁੰਦੇ ਹਾਂ, ਉਦੋਂ ਅਸੀਂ ਇਸਤੇਮਾਲ ਉਸ ਟ੍ਰੇਨਿੰਗ ਨੂੰ ਕਰਦੇ। ਜਿਉਂ-ਜਿਉਂ ਸਾਡੇ ਮਨ 'ਤੇ ਪ੍ਰਭਾਵ ਪਿਆ ਮਾਇਆ ਦਾ, ਅਤੇ ਉਹ ਸਾਰੀ ਖੇਡ ਜੋ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਸਿਖਾਈ ਸੀ ਉਹ ਅਸੀਂ ਭੁੱਲ ਬੈਠਦੇ ਹਾਂ। ਕਾਮ ਕ੍ਰੋਧ ਲੋਭ ਹੰਕਾਰ ਸਾਡੇ ਮਨ 'ਤੇ ਹਾਵੀ ਹੋ ਜਾਂਦੇ ਅਤੇ ਅਸੀਂ ਪਿਛੋਕੜ ਭੁੱਲ ਕੇ ਅਸੀਂ ਇੱਧਰਲੇ ਪਾਸੇ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਹਾਂ। ਅਤੇ ਜੋ ਸਾਨੂੰ ਗਿਆਨ ਬਚਪਨ ਤੋਂ ਲੈ ਕੇ ਮਿਲਦਾ ਆ ਕਿ ਕੀ ਸਹੀ ਹੈ ਅਤੇ ਕੀ ਗਲਤ ਆ, ਅਤੇ ਜੋ ਅਸੀਂ ਗਿਆਨ ਇੰਦਰੀਆਂ ਦੁਆਰਾ ਬਾਹਰੋਂ ਗਿਆਨ ਲੈਂਦੇ ਹਾਂ, ਅੱਖਾਂ ਰਾਹੀਂ, ਕੰਨਾਂ ਰਾਹੀਂ, ਬੋਲ ਕੇ ਅਸੀਂ ਐਕਸਚੇਂਜ ਕਰਨ ਨਾਲ ਜੋ ਬਚਨ ਕਰਦੇ ਹਾਂ, ਕਿਸੇ ਨਾਲ ਬਚਨਾਂ ਦਾ ਐਕਸਚੇਂਜ ਹੁੰਦਾ ਆ, ਉਹ ਸਾਰਾ ਗਿਆਨ ਜਿਹੜਾ ਸਾਨੂੰ ਹੁੰਦਾ ਆ ਉਹ ਸਾਡੇ ਅੰਦਰ ਜਦੋਂ ਜਾਂਦਾ ਆ ਅਤੇ ਉਹ ਸਾਨੂੰ ਫੁਰਨਿਆਂ ਦੇ ਰੂਪ ਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਵਰਤ ਕੇ ਸਾਨੂੰ ਫੁਰਨੇ ਦਵਾਉਂਦੇ ਨੇ, ਇੱਧਰਲੇ ਪਾਸੇ ਲੈ ਜਾਂਦੇ ਆ। ਹੁਣ ਦੇਖੋ ਕਿ ਕਾਮ ਕ੍ਰੋਧ ਲੋਭ ਹੰਕਾਰ ਇਹ ਫੁਰਨੇ ਸਾਨੂੰ ਦਵਾਉਂਦੇ ਨੇ, ਜਿਹਨੂੰ ਮਹਾਰਾਜ ਕਹਿੰਦੇ 5 ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਹੇ ਪਸਾਰਾ। ਕਿ ਮਾਇਆ ਦੇ ਨਾਲ ਸਾਡਾ ਮੋਹ ਪੈ ਜਾਂਦਾ। 5 ਦੂਤ ਜਿਹੜੇ ਆ ਇਹ ਵਿਕਾਰ ਚਿਤਵਦੇ ਸਾਡੇ ਅੰਦਰ। ਹੁਣ ਜਦੋਂ ਸਾਨੂੰ ਫੁਰਨੇ ਆਉਂਦੇ ਆ, ਸਾਨੂੰ ਜਿਹੋ ਜਿਹੀ ਭਾਸ਼ਾ ਅਸੀਂ ਸਿੱਖੀ ਹੁੰਦੀ ਆ, ਜੇ ਇੰਗਲਿਸ਼ ਸਿੱਖੀ ਆ ਜਾਂ ਪੰਜਾਬੀ ਸਿੱਖੀ ਆ, ਸਾਨੂੰ ਫੁਰਨੇ ਵੀ ਜ਼ਿਆਦਾਤਰ ਉਸੇ ਭਾਸ਼ਾ ਦੇ ਵਿੱਚ ਹੀ ਆਉਣਗੇ। ਅਤੇ ਦੇਖੋ ਕਿ ਫਰੈਂਚ ਦੇ ਵਿੱਚ, ਜੇ ਫਰੈਂਚ ਨਹੀਂ ਅਸੀਂ ਸਿੱਖੀ ਜਾਂ ਸੰਸਕ੍ਰਿਤ ਨਹੀਂ ਅਸੀਂ ਸਿੱਖੀ, ਸਾਨੂੰ ਉਸ ਭਾਸ਼ਾ ਦੇ ਵਿੱਚ ਤੁਹਾਨੂੰ ਫੁਰਨੇ ਆਉਂਦੇ। ਇਹਦਾ ਮਤਲਬ ਕਿ ਜਿੰਨਾ ਵੀ ਅਸੀਂ ਗਿਆਨ ਇਕੱਤਰ ਕਰਦੇ ਹਾਂ ਬਚਪਨ ਤੋਂ ਲੈ ਕੇ ਹੁਣ ਤਾਈਂ, ਉਸ ਮੁਤਾਬਕ ਕਾਮ ਕ੍ਰੋਧ ਲੋਭ ਹੰਕਾਰ ਉਸ ਦਾ ਇਸਤੇਮਾਲ ਕਰਕੇ ਸਾਨੂੰ ਧਾਤ ਦੇ ਰਸਤੇ 'ਤੇ ਤੁਰਦੇ ਆ। ਅਤੇ ਜਿਹੜਾ ਗਿਆਨ ਸਾਨੂੰ ਮਿਲਦਾ ਆ ਲਿਵ ਦੇ ਰਾਹ ਦਾ, ਪਿਆਰ ਦੇ ਮਾਰਗ ਦਾ, ਧਰਮ ਵਾਲੇ ਪਾਸੇ, ਕੀ ਸਹੀ ਆ ਕੀ ਗਲਤ ਆ, ਜੋ ਸਾਨੂੰ ਫਿਰ ਨਿਰਣਾ ਕਰਨਾ ਆਉਂਦਾ, ਆਤਮਾ ਉਸ ਗਿਆਨ ਦਾ ਇਸਤੇਮਾਲ ਕਰਕੇ ਸਾਨੂੰ ਘਰ ਨੂੰ ਪ੍ਰੇਰਿਤ ਕਰਦੀ ਹੈ ਜਾਣ ਨੂੰ। ਹੁਣ ਮਨ ਜਿਹੜਾ ਆ ਇਹਦਾ ਸ਼ੁੱਧ ਰੂਪ ਦਇਆ, ਨਿਮਰਤਾ, ਸਹਿਣਸ਼ੀਲਤਾ, ਜਤ, ਸੰਤੋਖ ਵਾਲਾ ਹੀ ਹੈ, ਪਰ ਇਸ 'ਤੇ ਪ੍ਰਭਾਵ ਪੈ ਜਾਂਦਾ ਕਾਮ ਕ੍ਰੋਧ ਲੋਭ ਹੰਕਾਰ ਦਾ ਜਦੋਂ ਅਸੀਂ ਇੱਥੇ ਆਉਂਦੇ ਹਾਂ। ਜਦੋਂ ਮਨ
ਤ੍ਰੈ ਗੁਣਾਂ ਤੋਂ ਉੱਪਰ ਉੱਠਦਾ ਹੈ ਤਾਂ ਇਹਦਾ ਅਸਲੀ ਸਰੂਪ ਵੀ ਆਤਮਿਕ ਹੈ। ਇਹ ਆਤਮਿਕ ਸਰੂਪ ਆ। ਅਤੇ ਮਹਾਰਾਜ ਨੇ ਦੱਸਿਆ ਹੋਇਆ ਕਿ ਜੇਕਰ ਅਸੀਂ ਉਸ ਆਤਮਾ ਨੂੰ ਚੀਨਦੇ ਹਾਂ, ਅਤੇ ਮਹਾਰਾਜ ਕਹਿੰਦੇ ਜਿਨੀ ਆਤਮ ਚੀਨਿਆ ਪ੍ਰਮਾਤਮ ਸੋਈ, ਅਸੀਂ ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਾਂ ਜਦੋਂ ਅਸੀਂ ਆਤਮਾ ਨੂੰ ਵੇਖ ਵੇਖ ਕੇ ਉਹਦੇ ਵਿੱਚ ਸਮਾ ਜਾਂਦੇ ਹਾਂ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਅਸੀਂ ਇੱਕ ਪੁਆਇੰਟ 'ਤੇ ਜਾ ਕੇ ਫਿਰ ਸ਼ਿਵ ਦਾ ਹੀ ਰੂਪ ਧਾਰਨ ਕਰ ਲੈਂਦੇ ਹਾਂ, ਜਿਹਨੂੰ ਸ਼ਿਵ ਕਹਿ ਦਿੱਤਾ ਪਰਮਾਤਮਾ ਨੂੰ, ਜਿਹਨੂੰ ਮਹਾਰਾਜ ਕਹਿੰਦੇ ਆ ਕਿ 12 12 ਉਗਵੈ ਸੂਰ, ਕਿ ਇੱਕ ਪੁਆਇੰਟ ਐਸਾ ਆਉਂਦਾ ਹੈ ਜਦੋਂ ਅਸੀਂ ਅਭਿਆਸ ਕਰਦੇ ਹਾਂ ਕਿ 12 ਗੁਣਾ ਜ਼ਿਆਦਾ ਇਸ ਬਾਹਰਲੇ ਸੂਰਜ ਨਾਲੋਂ ਸਾਡੇ ਅੰਦਰ ਸੂਰਜ ਦਾ ਪ੍ਰਕਾਸ਼ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਪੱਛਮ ਦੁਆਰਾ ਸੂਰਜ ਤਪੈ, 12 12 ਉਗਵੈ ਸੂਰ ਐਨਸ ਬਾਜੇ ਅਨਹਦ ਤੂਰ, ਕਿ ਫਿਰ ਲਗਾਤਾਰ ਸਾਡੇ ਅੰਦਰ ਦਿਨ ਰਾਤ ਲਗਾਤਾਰ ਅਨਹਦ ਤੂਰ ਦੀ ਆਵਾਜ਼ ਆਉਂਦੀ ਆ। ਦੇਖਿਆ ਤਿਹੂ ਲੋਕ ਕਾ ਪੀਓ, ਫਿਰ ਅਸੀਂ ਉਸ ਤ੍ਰਿਲੋਕੀ ਦੇ ਮਾਲਕ ਨੂੰ ਦੇਖਦੇ ਹਾਂ। ਅਚਰਜ ਪਿਆ ਜੀਵ ਤੇ ਸਿਓ, ਅਤੇ ਫਿਰ ਅਚਰਜ ਵਾਲੀ ਗੱਲ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਮਨ ਆ ਉਹ ਵੀ ਆਤਮਿਕ ਰੂਪ ਹੁੰਦਾ ਹੋਇਆ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਅਤੇ ਉਹ ਸ਼ਿਵ ਦਾ ਰੂਪ ਹੀ ਧਾਰਨ ਕਰ ਲੈਂਦਾ, ਅਰਥਾਤ ਕਿ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਸਖਤ ਗਈ ਭਰਮ ਕੱਟਿਆ ਸਿਵ ਜੋਤ ਜਗਾਇਆ। ਹੁਣ ਜਿੰਨੇ ਜੀਵ ਇਸ ਤੇ ਸੰਸਾਰ ਵਿੱਚ ਆਉਂਦੇ ਆ, ਜਿਹੜਾ ਮਨਮੁਖ ਹੁੰਦਾ ਆ, ਜਿਹਨੂੰ ਬਿਲਕੁਲ ਕੋਈ ਸੰਗਤ ਨਹੀਂ ਮਿਲੀ ਹੁੰਦੀ, ਤ੍ਰੈਗੁਣਾਂ ਦੇ ਵਿੱਚ ਆ ਗਿਆ ਅਤੇ ਬਚਪਨ ਤੋਂ ਉਹਨੂੰ ਨਾ ਕਿਸੇ ਨੇ ਸਹੀ ਨਾ ਗਲਤ ਦੱਸਿਆ, ਉਹ ਬਿਲਕੁਲ ਹੀ ਸੌਂ ਜਾਂਦਾ ਆ। ਉਹਦੇ ਅੰਦਰੋਂ ਜਿਹੜੀ ਆਵਾਜ਼ ਆਤਮਾ ਜਿਹੜੀ ਪ੍ਰੇਰਦੀ ਆ ਸਹੀ ਪਾਸੇ ਨੂੰ ਜਾਣ ਲਈ, ਕਿਸ ਤਰੀਕੇ ਨਾਲ ਫਿਰ ਉਸ ਮਨ ਨੂੰ ਪ੍ਰੇਰਨਾ ਕਰੂਗੀ, ਕਿਉਂਕਿ ਉੱਥੇ ਕੋਈ ਐਸਾ ਗਿਆਨ ਇਸ ਸਰੀਰ ਵਿੱਚ ਪਾਇਆ ਹੀ ਨਹੀਂ ਜਿਸ ਦਾ ਇਸਤੇਮਾਲ ਕਰਕੇ ਆਤਮਾ ਨੇ ਇਸ ਨੂੰ ਇੱਧਰਲੇ ਪਾਸੇ ਪਰਮਾਤਮਾ ਵੱਲ ਨੂੰ ਲਿਜਾਣਾ ਆ। ਇਹਦੇ ਅੰਦਰ ਇੰਨਾ ਸ਼ੋਰ ਮਚਾਉਂਦੇ ਆ ਮਨਮੁਖ ਦੁਸ਼ਟ ਦੇ ਕਾਮ ਕ੍ਰੋਧ ਹੰਕਾਰ ਅੰਦਰ ਫੁਰਨਿਆਂ ਦੇ ਰੂਪ ਦੇ ਵਿੱਚ, ਕਿ ਉਹ ਆਤਮਾ ਵਾਲੇ ਪਾਸੇ ਜਾ ਹੀ ਨਹੀਂ ਸਕਦਾ। ਜਿਹਨੂੰ ਮਹਾਰਾਜ ਕਹਿੰਦੇ ਮਨਮੁਖ ਬੋਲੇ ਅੰਧਲੇ, ਉਹ ਅੰਨੇ ਤਾਂ ਆ, ਉਹਨਾਂ ਨੂੰ ਹਰੀ ਨਹੀਂ ਦਿਸਦਾ, ਆਤਮਾ ਵੀ ਨਹੀਂ ਦਿਸਦੀ, ਆਪਣਾ ਅਸਲੀ ਸਰੂਪ ਮਨ ਦਾ ਨਹੀਂ ਦਿਸਦਾ, ਅਤੇ ਬੋਲੇ ਤਾਂ ਆ, ਉਹਨਾਂ ਨੂੰ ਪਰਮਾਤਮਾ ਦੀ ਆਵਾਜ਼ ਨਹੀਂ ਫਿਰ ਸੁਣਦੀ। ਉਹ ਫਿਰ ਬਿਲਕੁਲ ਹੀ ਆਤਮਿਕ ਪੱਖੋਂ ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਅਤੇ ਆਤਮਾ ਦੀ ਆਵਾਜ਼ ਤਾਂ ਉਹਨਾਂ ਨੂੰ ਜੇ ਆਈ ਵੀ ਅੰਦਰੋਂ ਉਹਨਾਂ ਨੂੰ ਪਛਾਣ ਨਹੀਂ ਹੋਣੀ। ਅਸਲੀਅਤ ਇਹ ਹੈ ਕਿ ਪ੍ਰਮਾਤਮਾ ਹਰ ਵਕਤ ਹੀ ਆਤਮਾ ਰਾਹੀਂ ਸਾਨੂੰ ਆਵਾਜ਼ ਦੇ ਰਿਹਾ ਹੈ, ਅਨਹਦ ਸ਼ਬਦਾਂ ਦੇ ਰੂਪ ਦੇ ਵਿੱਚ। ਪਰ ਇਸ ਮਨ ਨੂੰ ਸਮਝਾਉਣ ਵਾਸਤੇ ਹਮੇਸ਼ਾ ਹੀ ਉਹ ਗਿਆਨ ਜੋ ਅਸੀਂ ਹਾਸਲ ਕੀਤਾ ਆ ਇਸ ਸੰਸਾਰ ਵਿੱਚ, ਹੁਣ ਬਚਪਨ ਤੋਂ ਲੈ ਕੇ ਹੁਣ ਤਾਈਂ, ਉਹਦਾ ਇਸਤੇਮਾਲ ਕਰਕੇ ਆਤਮਾ ਨੇ ਫਿਰ ਸਾਨੂੰ ਲਿਵ ਦੇ ਰਾਹ 'ਤੇ ਤੋਰਨਾ ਹੁੰਦਾ। ਇੱਦਾਂ ਹੀ 5 ਚੋਰ ਜਿਹੜੇ ਆ, ਜਿਹੜਾ ਗਿਆਨ ਅਸੀਂ ਹਾਸਲ ਕੀਤਾ ਹੁੰਦਾ ਆ ਬਚਪਨ ਤੋਂ ਲੈ ਕੇ ਹੁਣ ਤਾਈਂ, ਜੋ ਧਾਤ ਦੇ ਰਸਤੇ ਦਾ ਗਿਆਨ ਆ, ਉਹਨਾਂ ਨੇ ਇਸਤੇਮਾਲ ਕਰਨਾ ਇਹਨੂੰ ਲਿਵ ਦੇ ਰਾਹ ਤੋਂ ਪਰੇ ਰੱਖਣ ਦਾ, ਧਾਤ ਦੇ ਰਸਤੇ 'ਤੇ ਤੋਰਨ ਲਈ। ਅਤੇ ਕਈ ਹੈਗੇ ਜੀਵ ਜਿਹੜੇ ਸੰਸਾਰ 'ਚ ਆਉਂਦੇ ਆ, ਉਹਨਾਂ ਨੂੰ ਮਾਤਾ ਪਿਤਾ ਵੱਲੋਂ ਅੱਛੀ ਸਿੱਖਿਆ ਮਿਲ ਜਾਂਦੀ ਹੈ ਕਿ ਚੰਗਾ ਕੀ ਆ ਮਾੜਾ ਕੀ ਆ। ਉਹ ਜਦੋਂ ਗਿਆਨ ਰੱਖਦੇ ਆ ਚੰਗਾ ਕੀ ਹੈ ਅਤੇ ਮਾੜਾ ਕੀ ਹੈ, ਅਤੇ ਕੀ ਹੁੰਦਾ ਹੈ ਕਿ ਕਾਮ ਕ੍ਰੋਧ ਹੰਕਾਰ ਵੀ ਉਹਨਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਗਲਤ ਪਾਸੇ ਜਾਣ ਲਈ, ਉੱਧਰੋਂ ਆਤਮਾ ਉਹਨਾਂ ਨੂੰ ਖਿੱਚਦੀ ਹੈ ਕਿ ਸਹੀ ਪਾਸੇ ਜਾਣਾ, ਗਿਆਨ ਦਾ ਇਸਤੇਮਾਲ ਕਰਕੇ ਵੱਖ-ਵੱਖ ਗਿਆਨ ਜੋ ਮਿਲਿਆ ਹੋਇਆ। ਅਤੇ ਉਹ ਫਿਰ ਆਪਣੀ ਬੁੱਧ ਮੁਤਾਬਕ ਜਿੰਨੇ ਕੁ ਉਹਨਾਂ ਦੀ ਬੁੱਧੀ ਹੁੰਦੀ ਆ, ਉਸ ਮੁਤਾਬਕ ਫੈਸਲਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੇ ਪਾਸੇ ਜਾਣਾ। ਜਿਹੋ ਜਿਹਾ ਉਹ ਫੈਸਲਾ ਕਰਦੇ ਆ, ਕਰਮ ਕਰਦੇ ਆ, ਉਸ 'ਤੇ ਫਿਰ ਨਤੀਜਾ ਹੁੰਦਾ ਕਿ ਇਹ ਮਾੜਾ ਕਰਮ ਆ ਚੰਗਾ ਕਰਮ ਆ, ਅਤੇ ਉਹਨੂੰ ਫਿਰ ਸਜ਼ਾ ਜਾਂ ਇਨਾਮ ਉਸ ਜੀਵ ਨੂੰ ਮਿਲਣਾ ਹੁੰਦਾ ਉਹਦੇ ਕਰਮਾਂ ਦੇ ਹਿਸਾਬ ਦੇ ਮੁਤਾਬਕ। ਫਿਰ ਕਈ ਐਸੇ ਗੁਰਮੁਖ ਜਾਣਿਆ ਜਿਹੜੇ ਪੂਰੀ ਤਰ੍ਹਾਂ ਜਾਗਤ ਅਵਸਥਾ ਦੇ ਵਿੱਚ ਆ, ਉਹਨਾਂ ਦਾ ਮਨ ਐਨ ਆਤਮਿਕ ਸਰੂਪ ਧਾਰਨ ਕਰ ਚੁੱਕਾ ਆ। ਉਹ ਫਿਰ ਦੂਜਿਆਂ ਨੂੰ ਵੀ ਲਿਵ ਦਾ ਰਾਹ, ਪਿਆਰ ਦਾ ਮਾਰਗ ਸਿਖਾਉਂਦੇ ਨੇ, ਅਤੇ ਜੋ ਕੁਰੀਤੀਆਂ ਹੁੰਦੀਆਂ ਆ ਸਮਾਜ ਦੇ ਵਿੱਚ, ਉਹਨਾਂ ਦੀ ਵੀ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਜਿਵੇਂ ਇੱਕ ਪ੍ਰਚਾਰਕ ਨੇ ਪਿੱਛੇ ਜਿਹੇ, ਕਿਉਂਕਿ ਉਹਨੂੰ ਨਹੀਂ ਭੇਦ, ਉਹਨੇ ਕਹਿ ਦਿੱਤਾ ਕਿ ਜੀ ਆਤਮਾ ਦੀ ਤਾਂ ਕੋਈ ਆਵਾਜ਼ ਨਹੀਂ ਹੈਗੀ, ਕਹਿੰਦਾ ਕਿ ਸਾਨੂੰ ਪਤਾ ਹੈ ਗੁਰਦੁਆਰੇ ਦੇ ਵਿੱਚ ਮੱਧ ਨਹੀਂ ਲੈ ਕੇ ਜਾ ਸਕਦੇ, ਸ਼ਰਾਬ ਨਹੀਂ ਲੈ ਕੇ ਜਾ ਸਕਦੇ, ਜਿਹੜੇ ਈਸਾਈ ਆ ਉਹ ਵਾਈਨ ਗਿਰਜਾ ਘਰ 'ਚ ਲੈ ਕੇ ਜਾਂਦੇ ਆ, ਉਹਨਾਂ ਦੇ ਅੰਦਰ ਤਾਂ ਆਵਾਜ਼ ਆਉਂਦੀ ਨਹੀਂ ਕਿ ਇਹ ਗਲਤ ਆ। ਪਰ ਉਸ ਪ੍ਰਚਾਰਕ ਨੂੰ ਇਹ ਨਹੀਂ ਪਤਾ
ਜਿੰਨਾ ਕੁ ਕਿਸੇ ਨੂੰ ਗਿਆਨ ਮਿਲਿਆ ਹੁੰਦਾ ਆ ਉਨਾ ਕੁ ਦਾ ਇਸਤੇਮਾਲ ਉਹ ਕਰ ਸਕਦੇ। ਤਾਂ ਮਹਾਰਾਜ ਨੇ ਦੱਸਿਆ ਹੋਇਆ ਸਾਨੂੰ ਕਿ ਅਸੀਂ ਪੂਰਾ ਗੁਰੂ ਲੱਭਣਾ ਹੁੰਦਾ। ਪੂਰੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਪੂਰੀ ਤਰ੍ਹਾਂ ਜਾਗਤ ਅਵਸਥਾ ਦੇ ਵਿੱਚ ਹੋਵੇ, ਉਹ ਜੇਕਰ ਉਹਨਾਂ ਦਾ ਮਨ ਪੂਰੀ ਤਰ੍ਹਾਂ ਆਤਮਿਕ ਸਰੂਪ ਹੋ ਚੁੱਕਾ ਆ, ਅਰਥਾਤ ਕਿ ਉਹ ਪੂਰੀ ਤਰ੍ਹਾਂ ਜਾਗਦੇ ਆ, ਕਾਮ ਕ੍ਰੋਧ ਹੰਕਾਰ ਉਹਨਾਂ ਦੇ ਵੱਸ ਆ, ਅਤੇ ਉਹਨਾਂ ਨੂੰ ਪਤਾ ਆ ਭਾਵੇਂ ਉਹ ਗਿਰਜਾ ਘਰ ਜਾਂਦੇ ਆ, ਉਹਨਾਂ ਨੂੰ ਪਤਾ ਕਿ ਇੱਥੇ ਵੀ ਸ਼ਰਾਬ ਨਹੀਂ ਲਿਜਾਣੀ ਚਾਹੀਦੀ। ਆਤਮਾ ਜਿਹੜੀ ਆ ਉਹ ਹਰੇਕ ਦੇ ਅੰਦਰ ਬੋਲਦੀ ਜ਼ਰੂਰ ਆ, ਪਰ ਜਿੰਨਾ ਮਨ ਕਮਜ਼ੋਰ ਹੁੰਦਾ ਆ, ਸੁੱਤਾ ਆ ਇਸ ਮਾਇਆ ਦੀ ਨੀਂਦ ਦੇ, ਉਹਨੂੰ ਉਸ ਆਵਾਜ਼ ਤੋਂ ਕੋਹਾਂ ਦੂਰ ਹੁੰਦਾ ਆ। ਹੁਣ ਇਹ ਫਿਰ ਉਸ ਪ੍ਰਚਾਰਕ ਨੇ ਕਿਹਾ ਇਹ ਤਾਂ ਜੀ ਪ੍ਰੋਗਰਾਮਿੰਗ ਆ। ਪ੍ਰੋਗਰਾਮਿੰਗ ਹੀ ਨਹੀਂ ਹੈ, ਉੱਦਾਂ ਮਹਾਰਾਜ ਨੇ ਦੱਸਿਆ ਹੋਇਆ ਕਿ ਜਿਹੋ ਜਿਹਾ ਗਿਆਨ ਅਸੀਂ ਇਸ ਭਾਂਡੇ ਵਿੱਚ ਪਾਵਾਂਗੇ ਉਹੋ ਜਿਹਾ ਫਿਰ ਬਾਹਰ ਨਿਕਲਦਾ ਹੈ। ਤਾਂ ਹੀ ਕਿਹਾ ਹੁੰਦਾ ਹੈ ਗੁਰਬਾਣੀ ਦੇ ਵਿੱਚ ਕਿ ਸਾਨੂੰ ਸੱਚੀ ਸੰਗਤ ਕਰਨੀ ਚਾਹੀਦੀ ਹੈ, ਕਿ ਗੁਰੂ ਕੋਲ ਵੀ ਪਾਰਸ ਕਲਾ ਆ। ਗੁਰੂ ਬਦਲ ਦਿੰਦਾ ਮਨ ਨੂੰ, ਜਿਹਨੂੰ ਮਹਾਰਾਜ ਕਹਿੰਦੇ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਆ ਰਾਮ, ਕਿ ਸਾਡਾ ਜਿਹੜਾ ਮਨ ਆ ਮਹਾਰਾਜ ਨੇ ਸਮਝਾ ਦਿੱਤਾ ਜੇ ਉਸ ਸੰਗਤ ਵਿੱਚ ਵੀ ਜਾਏ, ਸਤ ਸੰਗਤ ਵਿੱਚ ਵੀ ਪਾਰਸ ਕਲਾ ਹੈ। ਜਿਹਨੂੰ ਮਹਾਰਾਜ ਕਹਿੰਦੇ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਉਹ ਵੀ ਸਾਡੇ ਮਨ ਨੂੰ ਬਦਲ ਦਿੰਦਾ ਹੈ, ਕਿਉਂਕਿ ਸਾਨੂੰ ਗਿਆਨ ਮਿਲਦਾ ਹੈ। ਫਿਰ ਆਤਮਾ ਉਸ ਗਿਆਨ ਦਾ ਇਸਤੇਮਾਲ ਕਰਕੇ ਸਾਡੇ ਮਨ ਨੂੰ ਸਹੀ ਪਾਸੇ ਚਲਾਉਂਦੀ ਹੈ। ਮਹਾਰਾਜ ਨੇ ਤਾਂ ਗੁਰਬਾਣੀ ਵਿੱਚ ਸਮਝਾ ਦਿੱਤਾ ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਕਿ ਜੋ ਅਸੀਂ ਪਾਉਂਦੇ ਹਾਂ ਇਸ ਭਾਂਡੇ ਸਰੀਰ ਦੇ ਵਿੱਚ ਉਹੀ ਫਿਰ ਵਸਤੂ ਬਾਹਰ ਨਿਕਲਦੀ ਹੈ। ਜੇਕਰ ਅਸੀਂ ਸੱਚ ਦਾ ਗਿਆਨ, ਪਰਮਾਤਮਾ ਦਾ ਗਿਆਨ, ਪਰਲੋਕ ਦਾ ਭੇਦ ਲਿਆ ਹੋਇਆ ਅਤੇ ਅਸੀਂ ਇਸ ਨੂੰ ਭਾਂਡੇ ਵਿੱਚ ਵਸਾਇਆ, ਅਤੇ ਫਿਰ ਉਸ ਦਾ ਇਸਤੇਮਾਲ ਆਤਮਾ ਨੇ ਕਰਕੇ ਸਾਨੂੰ ਪ੍ਰੇਰਿਤ ਕਰਨਾ ਹੈ। ਹੁਣ ਆਤਮਾ ਜ਼ਰੂਰ ਬਚਨ ਕਰਦੀ ਹੈ ਅਤੇ ਪ੍ਰੇਰਦੀ ਹੈ ਹਰੇਕ ਨੂੰ। ਅਤੇ ਇਹ ਸਿਰਫ ਐਸੀ ਨਹੀਂ ਗੱਲ ਕਿ ਜੀ ਇਹ ਪ੍ਰੋਗਰਾਮਿੰਗ ਹੀ ਆ, ਜਿੱਦਾਂ ਅੱਜ ਕੱਲ੍ਹ ਦੇ ਪ੍ਰਚਾਰਕ ਕਹੀ ਜਾਂਦੇ ਆ ਕਿ ਜਿੱਦਾਂ ਦੀ ਪ੍ਰੋਗਰਾਮਿੰਗ ਹੈ ਉੱਦਾਂ ਦਾ ਹੁੰਦਾ ਹੈ। ਨਹੀਂ, ਇੱਦਾਂ ਨਹੀਂ ਗੱਲ। ਇਹ ਆਤਮਾ ਜਿਹੜੀ ਆ, ਕਈਆਂ ਦੇ ਐਸੇ ਚੰਗੇ ਭਾਗ ਹੁੰਦੇ ਆ, ਪਿਛਲੇ ਸੰਸਕਾਰ ਹੁੰਦੇ ਆ ਕਿ ਉਹਨਾਂ ਨੂੰ ਭਾਵੇਂ ਸੰਗਤ ਨਹੀਂ ਅਸਲੀ ਮਿਲੀ, ਜੇਕਰ ਉਹ ਜੀਵਨ ਵਿੱਚ ਜਾਂਦੇ ਆ ਗਲਤ ਪਾਸੇ, ਤਾਂ ਕਈ ਵਾਰੀ ਉਹਨਾਂ ਦੇ ਅੰਦਰ ਵੀ ਉਹ ਆਵਾਜ਼ ਦਿੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਕੁਛ ਹੋਰ ਆ, ਕਿ ਇਸ ਧਾਤ ਦੇ ਰਸਤੇ 'ਤੇ ਚੱਲ ਕੇ ਜੋ ਪਾਪ ਕਰੀ ਜਾਂਦੇ ਇਹਦੇ ਨਾਲ ਕੋਈ ਪੂਰਤੀ ਨਹੀਂ ਮਿਲਣੀ, ਕਿ ਕੁਛ ਹੋਰ ਲੱਭੀਏ ਕਿ ਜ਼ਿੰਦਗੀ ਦਾ ਪਰਪਸ ਕੀ ਹੈ, ਜ਼ਿੰਦਗੀ ਦਾ ਮਕਸਦ ਕੀ ਹੈ। ਫਿਰ ਉਹ ਸਹੀ ਰਾਹ 'ਤੇ ਇਸ ਤਰੀਕੇ ਨਾਲ ਆਤਮਾ ਉਹਨਾਂ ਨੂੰ ਪ੍ਰੇਰਦੀ ਹੈ ਅੰਟਿਲ ਉਹਨਾਂ ਨੂੰ ਸੱਚਾ ਫਿਰ ਗਿਆਨ ਮਿਲ ਜਾਂਦਾ। ਫਿਰ ਆਤਮਾ ਉਹਨਾਂ ਨੂੰ ਹੋਰ ਪ੍ਰੇਰ ਕੇ ਆਪਣੇ ਘਰ ਨੂੰ ਲੈ ਜਾਂਦੀ ਹੈ। ਇੱਦਾਂ ਹੀ ਅਸੀਂ ਦੇਖ ਸਕਦੇ ਹਾਂ ਕਿ ਗਨਕਾ ਜਿਹੜੀ ਸੀਗੀ, ਉਹਨੂੰ ਮਹਾਰਾਜ ਨੇ ਕਿਰਪਾ ਕਰਕੇ ਆਤਮਾ ਦੇ ਰਾਹੀਂ ਸੋਝੀ ਬਖਸ਼ ਦਿੱਤੀ ਕਿ ਜਦੋਂ ਉਹਦੇ ਦਰ 'ਤੇ ਇੱਕ ਸਾਧੂ ਆਇਆ ਮੀਂਹ ਤੋਂ ਬਚਣ ਲਈ, ਉਹ ਸਾਧੂ ਉਹਦੇ ਦਰ 'ਤੇ ਖੜ੍ਹ ਗਿਆ ਸੀ, ਅਤੇ ਗਨਕਾ ਨੇ ਜਦੋਂ ਦਰਵਾਜ਼ਾ ਖੋਲ੍ਹਿਆ, ਉਹ ਸੀਗੀ ਗਨਕਾ ਤਾਂ ਸੀਗੀ ਵੇਸਵਾ, ਪਰ ਜਦੋਂ ਉਹਨਾਂ ਨੇ ਉਸ ਸਾਧੂ ਲਈ ਦਰਵਾਜ਼ਾ ਖੋਲ੍ਹਿਆ ਤਾਂ ਹੈਰਾਨ ਹੋ ਗਏ ਕਿ ਸਾਧੂ ਇੱਥੇ ਕਿਉਂ ਆ। ਅਤੇ ਸਾਧੂ ਨੇ ਦੱਸਿਆ ਕਿ ਮੈਂ ਤਾਂ ਸਿਰਫ ਇੱਥੇ ਤਾਂ ਹੈ ਕਿ ਉਹ ਮੀਂਹ ਤੋਂ ਬਚ ਰਿਹਾ ਸੀ। ਅਤੇ ਗਨਕਾ ਦੇ ਅੰਦਰੋਂ ਆਤਮਾ ਤੋਂ ਆਵਾਜ਼ ਆਈ ਕਿ ਸਾਰੀ ਜ਼ਿੰਦਗੀ ਪਾਪ ਕਰਦੀ ਰਹੀ ਆ, ਤੂੰ ਇਸ ਸਾਧੂ ਤੋਂ ਆਪਣੇ ਕਲਿਆਣ ਵਾਸਤੇ ਕੁਛ ਮੰਗ ਲਾ। ਅਤੇ ਉਹ ਸਾਧੂ ਨੇ ਫਿਰ ਉਹਨੂੰ ਤੋਤੇ ਦੇ ਜਿਹੜੀ ਬਖਸ਼ਿਸ਼ ਕੀਤੀ, ਗਨਕਾ ਨੂੰ ਸਮਝਾ ਦਿੱਤਾ ਕਿ ਜਿਹੜਾ ਤੋਤਾ ਆ ਇਸ ਨੂੰ ਰਾਮ ਰਾਮ ਪੜ੍ਹਾਈ ਜਾ। ਅਤੇ ਰਾਮ ਰਾਮ ਪੜ੍ਹਾਉਂਦੀ ਪੜ੍ਹਾਉਂਦੀ ਗਨਕਾ ਨੇ ਪਾਪ ਵੀ ਛੱਡਿਆ, ਆਪਣੀ ਕਲਿਆਣ ਵੀ ਕੀਤੀ, ਅਤੇ ਉਹ ਬੈਕੁੰਠ ਨੂੰ ਗਏ। ਅਤੇ ਉੱਥੇ ਗਨਕਾ ਨੂੰ ਕੋਈ ਪ੍ਰੋਗਰਾਮਿੰਗ ਥੋੜ੍ਹਾ ਕੀਤੀ ਸੀ ਕਿ ਕਿਸੇ ਨੇ ਕਿ ਜੀ ਸਾਧੂ ਆਊਗਾ ਅਤੇ ਫਿਰ ਤੂੰ ਉਹਨੂੰ ਜਾ ਕੇ ਪੁੱਛ ਲਈ ਕਿ ਕਿੱਦਾਂ ਕਲਿਆਣ ਕਰਨੀ। ਉਹ ਤਾਂ ਸਾਰੀ ਉਮਰ ਪਾਪ ਦੇ ਵਿੱਚ ਫਸੀ ਹੋਈ ਸੀ, ਸਾਰੀ ਉਮਰ ਉਹਨੇ ਆਪਣੇ ਪਾਪ ਦੇ ਵਿੱਚ ਲੰਘਾਈ, ਪਰ ਆਤਮਾ ਨੇ ਉਹਨੂੰ ਅੰਦਰੋਂ ਸੋਝੀ ਬਖਸ਼ੀ ਕਿ ਤੂੰ ਇਸ ਸਾਧੂ ਤੋਂ ਆਪਣੀ ਕਲਿਆਣ ਵਾਸਤੇ ਕੁਛ ਮੰਗ ਲਾ, ਅਤੇ ਉਹਦੀ ਕਲਿਆਣ ਹੋਈ। ਇੱਦਾਂ ਹੀ ਕਈਆਂ ਦੇ ਸੰਸਕਾਰ ਹੁੰਦੇ ਆ ਪਿਛਲੇ, ਜਦੋਂ ਧਾਤ ਦੇ ਰਸਤੇ 'ਤੇ ਚੱਲਦੇ ਕਾਮ ਕ੍ਰੋਧ ਹੰਕਾਰ ਦੇ ਅਧੀਨ ਹੋ ਜਾਂਦੇ, ਕਈ ਵਾਰੀ ਐਸਾ ਹੁੰਦਾ ਹੈ ਕਿ ਉਹਨਾਂ ਦੇ ਅੰਦਰੋਂ ਵੀ ਆਵਾਜ਼ ਫਿਰ ਉਸ ਆਤਮਾ ਦੀ ਆਉਂਦੀ ਹੈ ਕਿ ਕੁਛ ਹੋਰ ਹੋਣਾ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਰੂਰੀ ਆ, ਅਤੇ ਉਹ ਵੀ ਫਿਰ ਮਾਰਗ ਨੂੰ ਲੱਭਦੇ ਅਤੇ ਸਹੀ ਰਾਹ 'ਤੇ ਕਈ ਵਾਰੀ ਆ ਜਾਂਦੇ, ਪਰ ਉਹ ਬਹੁਤ ਰੇਅਰ ਹੁੰਦੇ ਆ।
ਕੋਈ ਵਿਰਲੇ ਹੁੰਦੇ ਕਿ ਉਹਨਾਂ ਦੇ ਸੰਸਕਾਰ ਬਹੁਤ ਚੰਗੇ ਹੁੰਦੇ ਪਿਛਲੇ। ਹੁਣ ਜਿਹੜੇ ਪ੍ਰਚਾਰਕ ਆ ਕਹਿੰਦੇ ਆ ਕਿ ਜੀ ਆਤਮਾ ਦੀ ਕੋਈ ਆਵਾਜ਼ ਨਹੀਂ ਹੁੰਦੀ, ਇਹਨਾਂ ਦੇ ਆਪਣੇ ਹੀ ਬਚਨ ਆਪਣੇ ਆਪ ਨੂੰ ਹੀ ਕੌਂਟਰਾਡਿਕਟ ਕਰਦੇ ਆ, ਆਪਣੇ ਪਹਿਲੇ ਬਚਨ ਕੀਤੇ ਹੋਏ ਉਹਨਾਂ ਤੋਂ ਉਲਟ ਬੋਲੀ ਜਾਂਦੇ ਆ। ਜਿਵੇਂ ਕਿ ਇਹ ਜਿਹੜੇ ਨਾਸਤਿਕ ਪ੍ਰਚਾਰਕ ਆ ਇਹ ਮੰਨਦੇ ਆ ਕਿ ਇਸ ਦੁਨੀਆ ਤੋਂ ਇਲਾਵਾ ਕੁਝ ਹੈ ਨਹੀਂ, ਤਾਂ ਹੀ ਤਾਂ ਇਹਨਾਂ ਦੇ ਅਸਲ ਵਿੱਚ ਪ੍ਰਚਾਰਕਾਂ ਦੇ ਮਨ ਜਿਹੜੇ ਸੁੱਤੇ ਹੋਏ ਆ ਉਹ ਕਾਲ ਦੇ ਅਧੀਨ ਆ। ਕਾਲ ਚਾਹੁੰਦਾ ਨਹੀਂ ਕਿ ਕੋਈ ਆਤਮਾ ਦਾ ਗਿਆਨ ਲੈ ਲੈ, ਤਾਂ ਉਹਨੇ ਤਾਂ ਕਹਿਣਾ ਹੀ ਨਹੀਂ ਕਿ ਆਤਮਾ ਦੀ ਆਵਾਜ਼ ਹੈ। ਉਹ ਕਾਲ ਤਾਂ ਚਾਹੁੰਦਾ ਉਹਦਾ ਨੁਮਾਇੰਦਾ ਜਿਹੜਾ ਆ ਤਰ੍ਹਾਂ ਤਰ੍ਹਾਂ ਦੇ ਭੇਖ ਦਿਖਾਉਂਦਾ ਹੈ ਜਗਤ ਨੂੰ, ਕਿ ਉਹ ਤਾਂ ਸਿਰਫ ਕਵੇ ਕਿ ਆਹੀ ਆ ਦ੍ਰਿਸ਼ਟਮਾਨ ਬਸ। ਪਰ ਉਹੀ ਜਿਹੜੇ ਨੁਮਾਇੰਦੇ ਉਹ ਫਿਰ ਫਸ ਜਾਂਦੇ ਆ, ਕਿਉਂਕਿ ਇਹ ਅਸਲੀਅਤ ਨਹੀਂ ਪ੍ਰਚਾਰ ਕਰ ਰਿਹਾ, ਇਹ ਝੂਠ ਦਾ ਪ੍ਰਚਾਰ ਕਰ ਰਿਹਾ ਹੈ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੇ ਮਨਮੁਖ ਹੁੰਦੇ ਆ ਜੀ ਉਹ ਤਾਂ ਉਹਨਾਂ ਨੂੰ ਸਜ਼ਾ ਇਹੀ ਹੁੰਦੀ ਹੈ ਜਦੋਂ ਪਾਪ ਕਰਦੇ ਆ, ਫਿਰ ਉਹ ਪਛਤਾਉਂਦੇ ਆ ਕਿ ਪਾਪ ਕੀਤਾ ਹੋਇਆ। ਅਤੇ ਫਿਰ ਇੱਕ ਪਾਸੇ ਇਹ ਕਹਿੰਦੇ ਆਤਮਾ ਦੀ ਆਵਾਜ਼ ਨਹੀਂ ਹੈਗੀ, ਅਤੇ ਜਿਹੜਾ ਮਨ ਆ ਉਹ ਪਛਤਾਉਂਦਾ ਤਾਂ ਆ ਕਿਉਂਕਿ ਸਾਰਿਆਂ ਨੂੰ ਮਹਾਰਾਜ ਨੇ ਕਿਹਾ ਤੇਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਣੀ, ਕਿ ਤ੍ਰੈਗੁਣਾਂ ਦੇ ਵਿੱਚ ਮਨ ਸੁੱਤੇ ਹੋਏ ਆ। ਉਹ ਮਨ ਪਛਤਾਉਂਦਾ ਤਾਂ ਆ ਕਿਉਂਕਿ ਉਹਦੀ ਆਤਮਾ ਹੀ ਉਹਨੂੰ ਅੰਦਰੋਂ ਕੋਸਦੀ ਹੈ ਕਿ ਤੂੰ ਗਲਤ ਕੀਤਾ, ਤਾਂ ਪਛਤਾਉਂਦਾ ਆ। ਉਹ ਆਤਮਾ ਦੀ ਆਵਾਜ਼ ਹੁੰਦੀ ਆ, ਕਿਉਂਕਿ ਨਹੀਂ ਤਾਂ ਮਨ ਨੇ ਕਦੇ ਗਲਤੀ ਕਰਨੀ ਨਹੀਂ ਸੀਗੀ ਜੇ ਉਹਨੂੰ ਹੁੰਦਾ ਕਿ ਇਹ ਮੈਂ ਬਾਅਦ 'ਚ ਪਛਤਾਉਣਾ ਆ। ਤਾਂ ਆਤਮਾ ਉਹਨੂੰ ਅਹਿਸਾਸ ਕਰਾਉਂਦੀ ਹੈ ਕਿ ਤੂੰ ਗਲਤ ਕੀਤਾ, ਫਿਰ ਉਹਦੇ ਅੰਦਰ ਪਛਤਾਵਾ ਹੁੰਦਾ। ਅਰਥਾਤ ਕਿ ਆਤਮਾ ਅੰਦਰ ਹੈ ਸਾਰਿਆਂ ਦੇ, ਜਿਹਦਾ ਮਨ ਕਮਜ਼ੋਰ ਆ ਉਹ ਪੰਜਾਂ ਚੋਰਾਂ ਦੇ ਵੱਸ ਹੁੰਦਾ, ਉਹਨੂੰ ਬਿਲਕੁਲ ਹੀ ਭੇਦ ਹੁੰਦਾ ਕਿ ਆਤਮਾ ਕਿਹੜੇ ਪਾਸੇ ਨੂੰ ਪ੍ਰੇਰ ਰਹੀ, ਉਹਨੂੰ ਆਤਮਾ ਦਾ ਭੇਦ ਹੀ ਨਹੀਂ ਹੈਗਾ ਕਿ ਹੈ ਵੀ ਹੈ ਕੁਛ ਅੰਦਰੋਂ ਪ੍ਰੇਰਨਾ ਸਹੀ ਪਾਸੇ। ਅਤੇ ਜਿਹੜਾ ਗਿਆਨ ਸਾਨੂੰ ਬਚਪਨ ਤੋਂ ਮਿਲਦਾ ਆ ਹੁਣ ਤੱਕ, ਉਹਦਾ ਇਸਤੇਮਾਲ ਇਹ ਕਾਮ ਕ੍ਰੋਧ ਹੰਕਾਰ ਵੀ ਕਰਦੇ ਮਾੜੇ ਪਾਸੇ ਸਾਨੂੰ ਲਿਜਾਣ ਲਈ, ਜਿਹੜਾ ਮਾੜਾ ਗਿਆਨ ਹੁੰਦਾ। ਅਤੇ ਆਤਮਾ ਨੇ ਸਾਨੂੰ ਹਮੇਸ਼ਾ ਕਹਿਣਾ, ਜੇ ਹੁਣ ਕੋਈ ਧੋਖਾ ਕਰਦਾ ਕਿਸੇ ਨਾਲ, ਆਤਮਾ ਨੇ ਅੰਦਰੋਂ ਜਿਹਨੂੰ ਗਿਆਨ ਮਿਲਿਆ ਹੋਵੇ, ਆਤਮਾ ਨੇ ਉਸ ਗਿਆਨ ਦਾ ਇਸਤੇਮਾਲ ਕਰਕੇ ਕਹਿਣਾ ਹੈ ਕਿ ਬਈ ਇਹ ਗਲਤ ਆ। ਹੁਣ ਤੁਸੀਂ ਦੇਖ ਸਕਦੇ, ਤਾਂ ਹੀ ਬਚਪਨ ਤੋਂ ਇਹ ਸਿੱਖਿਆ ਜਿਹੜੀ ਆ ਦੇਣੀ ਚਾਹੀਦੀ ਆ ਬੱਚਿਆਂ ਨੂੰ ਕਿ ਸਹੀ ਮਾਰਗ ਕੀ ਆ। ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਹੀ ਅਤੇ ਗਲਤ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ, ਦੱਸਦੇ ਨਹੀਂ, ਉਹ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਧੋਖਾ ਕਰ ਰਿਹਾ। ਅਸੀਂ ਆਪਣੇ ਆਪ ਨੂੰ ਇਸ ਮਾਰਗ 'ਤੇ ਤੋਰਨਾ ਹੁੰਦਾ ਅਤੇ ਪਰਿਵਾਰ ਨੂੰ ਵੀ ਤੋਰਨਾ ਹੁੰਦਾ ਕਿ ਸਹੀ ਮਾਰਗ 'ਤੇ ਚੱਲਣ। ਜਿਨ੍ਹਾਂ ਨੇ ਆਪਣੇ ਬੱਚਿਆਂ ਨਾਲ ਸਿਰਫ ਮੋਹ ਕੀਤਾ, ਪਿਆਰ ਨਹੀਂ ਕੀਤਾ। ਪਿਆਰ ਅਸਲੀ ਹੁੰਦਾ, ਅਧਿਆਤਮਕ ਹੁੰਦਾ ਆ। ਮੋਹ ਹੁੰਦਾ ਅਟੈਚਮੈਂਟ, ਉਹਦੇ ਵਿੱਚ ਹੁੰਦਾ ਹੈ ਕਿ ਜੇ ਬੱਚੇ ਨੂੰ ਕੁਝ ਕਹਿ ਦਿੱਤਾ ਅਤੇ ਬੱਚਾ ਮੇਰੇ ਖਿਲਾਫ ਹੋ ਗਿਆ, ਅਤੇ ਉਹ ਜਿਹੜਾ ਮਾਨਿਆ ਮਹਿਸੂਸ ਕਰਦਾ ਕਿ ਐਸਾ ਹੋ ਨਾ ਜਾਏ, ਤਾਂ ਫਿਰ ਬੱਚੇ ਨੂੰ ਜਾਂ ਕਿਸੇ ਨੂੰ ਵੀ ਸਹੀ ਸਿੱਖਿਆ ਦੇਣ ਨੂੰ ਤਿਆਰ ਨਹੀਂ ਹੁੰਦੇ ਕਿ ਮੇਰੇ ਖਿਲਾਫ ਨਾ ਹੋ ਜਾਣ। ਇੱਦਾਂ ਹੀ ਅਸੀਂ ਮਹਾਂਭਾਰਤ ਵੇਲੇ ਦਾ ਜਿਹੜਾ ਸਟੋਰੀਆਂ ਅਸੀਂ ਸੁਣ ਸਕਦੇ ਹਾਂ, ਇਤਿਹਾਸ ਸੁਣ ਸਕਦੇ ਹਾਂ ਕਿ ਕਿਵੇਂ ਧ੍ਰਿਤਰਾਸ਼ਟਰ ਅਤੇ ਗੰਧਾਰੀ ਉਹਨਾਂ ਨੇ ਆਪਣੇ ਬੱਚਿਆਂ ਨੂੰ, ਕੌਰਵਾਂ ਨੂੰ ਸਹੀ ਸਿੱਖਿਆ ਨਹੀਂ ਦਿੱਤੀ, ਅਤੇ ਕੀ ਹੋਇਆ ਕਿ ਉਹਨਾਂ ਨੂੰ ਪਾਪ ਕਰਨ ਦਿੱਤਾ ਅਤੇ ਫਿਰ ਬਾਅਦ 'ਚ ਉਹਨਾਂ ਨੂੰ ਪਛਤਾਉਣਾ ਪਿਆ। ਦੂਜੇ ਪਾਸੇ ਕੁੰਤੀ ਅਤੇ ਰਾਜਾ ਪਾਂਡੂ ਜਿੰਨਾ ਚਿਰ ਉਹ ਰਹੇ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦਿੱਤੀ ਅਤੇ ਉਹਨਾਂ ਨੂੰ ਫਿਰ ਹੋਰ ਵੀ ਸਹੀ ਸਿੱਖਿਆ ਮਿਲੀ ਕ੍ਰਿਸ਼ਨ ਭਗਵਾਨ ਪਾਸੋਂ, ਅਤੇ ਉਹ ਸਹੀ ਮਾਰਗ 'ਤੇ ਤੁਰੇ। ਇੱਦਾਂ ਹੀ ਜਿਹੜਾ ਬੱਚਾ ਹੁੰਦਾ ਆ ਉਹਨੂੰ ਸਹੀ ਸਿੱਖਿਆ ਮਿਲਣੀ ਜ਼ਰੂਰੀ ਆ। ਅਤੇ ਜਿੰਨਾ ਚਿਰ ਤੱਕ ਅਸੀਂ ਇਸ ਸਰੀਰ ਦੇ ਵਿੱਚ ਹਾਂ, ਮਹਾਰਾਜ ਨੇ ਸਾਨੂੰ ਸਮਝਾਇਆ ਕਿ ਆਤਮਾ ਦੇ ਰਾਹੀਂ ਪ੍ਰਮਾਤਮਾ ਨੇ ਸਾਡੇ ਨਾਲ ਬਚਨ ਕਰਨੇ ਆ। ਉਹ ਸਾਨੂੰ ਅਨਹਦ ਸ਼ਬਦ, ਅਨਹਦ ਬਾਣੀ ਦੇ ਰੂਪ ਦੇ ਵਿੱਚ ਸੁਣਾਈ ਦਿੰਦੇ ਆ। ਫਿਰ ਆਤਮਾ ਸਾਨੂੰ ਖਿੱਚੀ ਜਾਂਦੀ ਹੈ ਕਿ ਲਿਵ ਦੇ ਰਾਹ 'ਤੇ ਜਾਣ ਲਈ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜੇਕਰ ਸਾਡੇ ਅੰਦਰ ਉਹ ਆਤਮਾ ਨਾ ਹੁੰਦੀ, ਜੋਤ ਨਾ ਹੁੰਦੀ, ਫਿਰ ਅਸੀਂ ਕੁਛ ਵੀ ਨਹੀਂ ਕਰ ਸਕਦੇ ਸੀ। ਅਤੇ ਮਹਾਰਾਜ ਸਾਨੂੰ ਚੈਲੰਜ ਕਰਦੇ ਕਿ ਕਰਕੇ ਦਿਖਾਓ, ਜਿਹਦੇ ਅੰਦਰ ਜੋਤ ਨਹੀਂ ਹੈਗੀ ਉਹ ਕੀ ਕਰੂਗਾ, ਕਰਕੇ ਦਿਖਾਵੇ ਕੁਛ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਕਹਿੰਦੇ ਕਿ ਜੋਤ ਤੋਂ ਬਗੈਰ ਕੁਝ ਕਰਕੇ ਦਿਖਾਓ, ਕਿਉਂਕਿ ਜੋਤ ਤੋਂ ਬਗੈਰ ਅਸੀਂ ਸਮਝ ਲਈਏ ਕਿ ਸਾਡਾ ਸਰੀਰ ਕੱਖ ਵੀ ਨਹੀਂ, ਅਸੀਂ ਇਸ ਦੇ ਵਿੱਚ ਵਸ ਹੀ ਨਹੀਂ ਸਕਦੇ, ਇਹ ਢਹਿ ਢੇਰੀ ਹੋ ਜਾਂਦਾ ਸਰੀਰ। ਅਤੇ ਜਿੰਨਾ ਚਿਰ ਇਹਦੇ ਵਿੱਚ ਜੋਤ ਆ
ਉਹਨਾਂ ਚਿਰ ਜੋਤ ਦੇ ਰਾਹੀਂ ਪ੍ਰਮਾਤਮਾ ਨੇ ਸਾਡੇ ਨਾਲ ਬਚਨ ਕਰਨੇ, ਅਨਹਦ ਸ਼ਬਦਾਂ ਦੇ ਰਾਹੀਂ ਕਰਦੇ ਆ ਅਤੇ ਸਾਨੂੰ ਸਮਝਾਉਣ ਵਾਸਤੇ ਜਿਹੜਾ ਗਿਆਨ ਅਸੀਂ ਇਕੱਤਰ ਕੀਤਾ ਹੁੰਦਾ ਸਹੀ ਗਲਤ ਕੀ ਆ, ਉਹ ਫਿਰ ਸਾਨੂੰ ਆਤਮਾ ਪ੍ਰੇਰਿਤ ਕਰਦੀ ਰਹਿੰਦੀ ਹੈ ਉਸ ਚੰਗੇ ਪਾਸੇ ਨੂੰ ਕਿ ਆਹ ਗਲਤ ਆ, ਆਹ ਸਹੀ ਆ, ਇੱਧਰਲੇ ਪਾਸੇ ਨੂੰ ਚੱਲ, ਪਰਮਾਤਮਾ ਨਾਲ ਮਿਲਾਪ ਹੋ ਜਾਏ। ਜਦੋਂ ਫਿਰ ਸਾਡਾ ਮਨ ਇਸ ਤ੍ਰਿਲੋਕੀ ਤੋਂ ਉੱਪਰ ਉੱਠਦਾ, ਆਤਮਿਕ ਸਰੂਪ ਹੋ ਜਾਂਦਾ ਅਤੇ ਇਹਦੀ ਬੁੱਧ ਜਿਹੜੀ ਹੈ ਵਿਵੇਕ ਹੋ ਜਾਂਦੀ ਹੈ, ਉਹ ਫਿਰ ਸੱਚ ਝੂਠ ਅਤੇ ਸਹੀ ਗਲਤ ਦਾ ਪੂਰੀ ਤਰ੍ਹਾਂ ਨਿਰਣਾ ਕਰਨ ਦੇ ਕਾਬਲ ਹੁੰਦਾ ਅਤੇ ਹਮੇਸ਼ਾ ਹੀ ਸੱਚ ਵਾਲੇ ਪਾਸੇ ਤੁਰਦਾ ਹੈ। ਜੇ ਕੋਈ ਵੀ ਬੇਨਤੀਆਂ ਕਰਦੇ ਹੋਏ ਅੱਖਰਵਾਦ ਘੱਟ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।